ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 10ਵਾਂ। ਸ਼ੂਦਰ ਦੀ ਦਸ਼ਾ ਕੁਝ ਚੰਗੀ ਨਹੀਂ ਸੀ। ਜੰਗੀ ਵਿਦਿਆ ਲੈਣ ਦਾ ਵੀ ਸ਼ੂਦਰ ਨੂੰ ਕੋਈ ਹੱਕ ਨਹੀਂ ਸੀ। ਦਰੋਣਾਚਾਰੀਆ ਨੇ ਇਕਲਾਵਿਆ ਨੂੰ ਧਨੁਸ਼ ਵਿਦਿਆ ਸਿਖਾਉਣ ਤੋਂ ਨਾ ਕਰ ਦਿੱਤੀ। ਫਿਰ ਵੀ ਉਸਨੇ ਉਸ ਦੀ ਮੂਰਤੀ ਬਣਾ ਕੇ ਧਨੁਸ਼ ਵਿਦਿਆ ਸਿੱਖ ਲਈ। ਉਹ ਇੰਨਾ ਮਾਹਿਰ ਹੋ ਗਿਆ ਕਿ ਇੱਕ ਕੁੱਤਾ ਭੌਂਕਿਆ, ਉਸਨੇ ਤੀਰ ਚਲਾ ਚਲਾ ਕੇ ਕੁੱਤੇ ਦਾ ਮੂੰਹ ਭਰ ਦਿੱਤਾ ਤੇ ਕੁੱਤੇ ਨੂੰ ਤੀਰ ਦੀ ਚੁੰਝ ਦੀ ਝਰੀੜ ਵੀ ਨਾ ਲੱਗਣ ਦਿੱਤੀ। ਇਹ ਪ੍ਰਦਰਸ਼ਨ ਕਰਕੇ ਇਕਲਾਵਿਆ ਨੇ ਬੜੇ ਚਾਅ ਨਾਲ ਦਰੋਣਾਚਾਰੀਆ ਨੂੰ ਦੱਸਿਆ ਤੇ ਉਸਨੇ ਗੁਰੂ ਦਕਸ਼ਣਾ ਬਦਲੇ ਉਸ ਦਾ ਅੰਗੂਠਾ ਮੰਗ ਲਿਆ। ਇਸ ਸਾਰੀ ਕਹਾਣੀ ਤੋਂ ਪਤਾ ਲੱਗਦਾ ਹੈ ਕਿ ਸ਼ੂਦਰ ਬਹੁਤ ਕੰਮ ਅਕਲ ਵੀ ਹੋ ਚੁੱਕੇ ਸਨ। ਨਹੀਂ ਤਾਂ ਇਕਲਾਵਿਆ ਨੂੰ ਦਰੋਣਾਚਾਰੀਆ ਦਾ ਬੁੱਤ ਬਣਾਉਣ ਦੀ ਕੀ ਲੋੜ ਸੀ। ਧਨੁਸ਼ ਵਿਦਿਆ ਤਾਂ ਅਭਿਆਸ ਕਰਨ ਨਾਲ ਆਉਂਦੀ ਹੈ। ਦੂਜੀ ਗੱਲ ਇਹ ਕਿ ਉਹਦੇ ਸਾਹਮਣੇ ਪ੍ਰਦਰਸ਼ਨ ਦੀ ਕੀ ਲੋੜ ਸੀ। ਤੀਜਾ, ਜਦੋਂ ਉਹਨੇ ਅੰਗੂਠਾ ਮੰਗਿਆ ਸੀ ਤਾਂ ਇੱਕ ਤੀਰ ਉਹਦੀ ਵੱਖੀ ਥਾਣੀ ਕਿਉਂ ਨਾ ਲਗਾਇਆ। ਉਹ ਉਸ ਨੂੰ ਇਹ ਤਾਂ ਪੁੱਛ ਹੀ ਸਕਦਾ ਸੀ ਕਿ ਬਾਹਮਣਾ, ਮੈਂ ਜਦੋਂ ਤੈਨੂੰ ਗੁਰੂ ਧਾਰਨ ਗਿਆ ਸਾਂ ਤਾਂ ਤੂੰ ਸ਼ੂਦਰ ਨੂੰ ਨਫ਼ਰਤ ਕਰਦਾ ਹੋਣ ਕਰਕੇ ਮੈਨੂੰ ਸਵੀਕਾਰ ਨਾ ਕੀਤਾ। ਹੁਣ ਮੈਂ ਜਦੋਂ ਅਭਿਆਸ ਕਰ ਕਰਕੇ ਨਿਪੁੰਨ ਧਨੁਸ਼ਧਾਰੀ ਬਣ ਗਿਆ ਹਾਂ ਤਾਂ ਤੂੰ ਅੰਗੂਠਾ ਮੰਗਣ ਲੱਗ ਪਿਆ ਹੈ। ਤੂੰ ਮਾਮਾ ਲੱਗਦਾ ਹੈ ਮੇਰੇ ਅੰਗੂਠੇ ਦਾ। ਤੇਰਾ ਮੇਰਾ ਰਿਸ਼ਤਾ ਹੀ ਕੀ ਹੈ। ਚੁੱਪ ਕਰਕੇ ਚਲਾ ਜਾ, ਨਹੀਂ ਤਾਂ ਇਸ ਕੁੱਤੇ ਵਾਲਾ ਹੀ ਹਾਲ ਕਰੂੰ ਤੇਰਾ ਵੀ। ਆਖੇ ਤਾਂ ਵਿਖਾਵਾਂ ਤੈਨੂੰ ਨਮੂਨਾ। ਲੈ ਭੱਜੇ ਜਾਂਦੇ ਉਸ ਬ੍ਰਾਹਮਣ ਰਿਸ਼ੀ ਨੂੰ ਰਾਹ ਨਹੀਂ ਸੀ ਲੱਭਣਾ, ਪਰ ਗੁਲਾਮੀ ਨੇ ਸ਼ੂਦਰ ਨੂੰ ਇੰਨਾ ਬੇਵਸ ਕਰ ਦਿੱਤਾ ਸੀ ਤੇ ਉਸ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਵੀ ਇਸ ਹੱਦ ਤੱਕ ਕਮਜ਼ੋਰ ਕਰ ਦਿੱਤਾ ਸੀ ਕਿ ਉਹ ਤਰਕ ਦੇ ਕੇ ਆਪਣੇ ਆਪ ਨੂੰ ਸੱਚਾ ਤੇ ਉਸ ਨੂੰ ਝੂਠਾ ਵੀ ਸਾਬਤ ਨਾ ਕਰ ਸਕਿਆ। ਕਿਸੇ ਤੇ ਕਾਬੂ ਪਾਉਣ ਲਈ ਸ਼ਕਤੀ ਦੀ ਲੋੜ ਹੁੰਦੀ ਹੈ। ਉਹ ਇਕਲਾਵਿਆ ਨੇ ਮਿਹਨਤ ਨਾਲ ਪ੍ਰਾਪਤ ਕਰ ਹੀ ਲਈ ਸੀ। ਫਿਰ ਉਸ ਨੂੰ ਬ੍ਰਾਹਮਣ ਦੀ ਮੁਤਾਜ਼ਗੀ ਕਾਹਦੀ ਸੀ। ਹੁਣ ਵੀ ਕਈ ਵਾਰ ਅਖਬਾਰ ਵਿੱਚ ਆਉਂਦਾ ਹੈ ਕਿ ਫਲਾਣੇ ਮੰਦਰ ਦਾ ਦਰਵਾਜ਼ਾ ਸ਼ੂਦਰਾਂ ਵਾਸਤੇ ਵੀ ਖੋਲ੍ਹਿਆ ਜਾਣਾ ਚਾਹੀਦਾ। ਕੀ ਬੇਹੁਦਾ ਮੰਗ ਹੈ ਸ਼ੂਦਰਾਂ ਦੀ। ਬੰਦਾ ਪੁੱਛੇ, ਜਿਨ੍ਹਾਂ ਮੰਦਰਾਂ ਨੇ ਤੁਹਾਡੇ ਨਾਲ 5000 ਸਾਲ ਤੋਂ ਕੁੱਤਿਆਂ ਦਾ ਵੀ ਭੈੜਾ ਵਿਹਾਰ ਕੀਤਾ ਹੈ, ਜਿਨ੍ਹਾਂ ਮੰਦਰਾਂ ਵਿੱਚ ਕੁੱਤੇ ਤਾਂ ਜਾ ਸਕਦੇ ਸਨ ਪਰ ਜਿਉਂਦਾ ਜਾਗਦਾ ਮਨੁੱਖ ਦਲਿਤ ਨਹੀਂ ਸੀ ਜਾ ਸਕਦਾ, ਤੁਸੀਂ ਅੱਗ ਲਾਉਣੀ ਹੈ ਉਹਨਾਂ ਮੰਦਰਾਂ ਨੂੰ। ਸਗੋਂ ਉਹ ਤਾਂ ਤੁਹਾਡੀਆਂ ਮਿੰਨਤਾਂ ਵੀ ਕਰਨ ਕਿ ਸਾਡੇ ਮੰਦਰ ਵਿੱਚ ਜ਼ਰੂਰ ਆਓ, ਤਾਂ ਤੁਸੀਂ ਠੋਕਰ ਮਾਰ ਕੇ ਕਹੋ ਅਸੀਂ ਤੁਹਾਡੇ ਮੰਦਰ ਵੱਲ ਵੇਖਣਾ ਵੀ ਨਹੀਂ। ਆਉਣ ਦੀ ਤਾਂ ਗੱਲ ਦੂਰ ਦੀ ਹੈ। ਅਸਲ ਵਿੱਚ ਦਲਿਤ ਵੀ ਗੁਲਾਮੀ ਦਾ ਆਦੀ ਹੋ ਚੁੱਕਾ ਹੈ। ਨਹੀਂ ਤਾਂ ਜਦੋਂ ਪਾਕਿਸਤਾਨ ਬਣਿਆ ਸੀ ਤਾਂ ਇਹਨਾਂ ਨੂੰ ਮੁਸਲਮਾਨ ਬਣ ਕੇ ਉੱਧਰ ਰਹਿਣ ਵਿੱਚ ਕੀ ਹਰਜ ਸੀ। ਮੁਸਲਮਾਨਾਂ ਵਿੱਚ ਨਾ ਕੋਈ ਊਚ ਨੀਚ ਤੇ ਨਾ ਹੀ ਜਾਤ ਪਾਤ ਹੈ। ਇੱਕੋ ਥਾਂ ਤੋਂ ਹੀ ਚੁੱਕ ਚੁੱਕ ਕੇ ਰੋਟੀਆਂ ਖਾ ਲੈਂਦੇ ਹਨ ਤੇ ਕੋਈ ਛੂਆ-ਛਾਤ ਨਹੀਂ ਕਰਦੇ। ਬ੍ਰਾਹਮਣ ਨੇ ਲੋਕਾਂ ਨੂੰ ਨਿਤਾਣਾ ਕਰਨ ਲਈ ਬੜੀਆਂ ਵਿਚਿੱਤਰ ਖੇਡਾਂ ਖੇਡੀਆਂ ਹਨ। ਇੱਕ ਮੌਸਿਚ ਨਾਂ ਦਾ ਲੇਖਕ ਹੋਇਆ ਹੈ, ਉਸਨੇ ਹੀ ਮੌਸੇਚਿਜ਼ਮ ਬਣਿਆ ਹੈ ਜਾਂ ਉਸ ਤੋਂ ਹੀ ਮੌਸੇਚਿਜ਼ਮ ਬਣਿਆ ਹੈ। ਇਸ ਦਾ ਅਰਥ ਹੈ ਆਪਣੇ ਆਪ ਨੂੰ ਦੁੱਖ ਦੇਣਾ। ਇਹ ਲੇਖਕ ਆਪਣੇ ਆਪ ਨੂੰ ਕੋੜੇ ਮਾਰਦਾ ਸੀ ਤੇ ਆਪਣੇ ਸਰੀਰ ਵਿੱਚ ਕਿੱਲ ਚੁਭਾਉਂਦਾ ਸੀ। ਇਹ ਇੱਕ ਤਰ੍ਹਾਂ ਦੀ ਬਿਮਾਰੀ ਹੈ। ਮੰਦਰਾਂ, ਗੁਰਦੁਆਰਿਆਂ ਤੇ ਮਸਜਿਦਾਂ ਵਿੱਚ ਇਸ ਤਰ੍ਹਾਂ ਦੇ ਮਾਨਸਿਕ ਰੋਗੀ ਬਹੁਤ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਪੂਜਦੇ ਹਨ, ਪਰ ਅਸਲ ਵਿੱਚ ਇਹ ਬਿਮਾਰ ਹੁੰਦੇ ਹਨ। ਇਹਨਾਂ ਬਿਮਾਰਾਂ ਨੂੰ ਆਪਣੇ ਆਪ ਨੂੰ ਤੰਗ ਕਰਨ ਵਿੱਚ ਬੜਾ ਮਜ਼ਾ ਆਉਂਦਾ ਹੈ। ਇਹੋ ਜਿਹੇ ਲੋਕਾਂ ਨੂੰ ਪੂਜਣਾ ਜਾਂ ਉਹਨਾਂ ਦੀ ਇੱਜ਼ਤ ਕਰਨੀ ਵੱਡਾ ਪਾਪ ਹੈ। ਗੁਰਬਾਣੀ ਵਿੱਚ ਸਤਿਗੁਰਾਂ ਨੇ ਕਿਹਾ ਹੈ, ਨਾ ਬੰਦਾ ਆਪਣੇ ਆਪ ਨੂੰ ਸਤਾਵੇ ਤੇ ਨਾ ਹੀ ਕਿਸੇ ਹੋਰ ਨੂੰ ਸਤਾਵੇ। ਨਾ ਤਾਂ ਆਪ ਡਰੇ
ਤੇ ਨਾ ਹੀ ਕਿਸੇ ਹੋਰ ਨੂੰ ਡਰਾਵੇ। ਪਰ ਬ੍ਰਾਹਮਣ ਨੇ ਸਦੀਆਂ ਤੋਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਭੂਏ ਚੜਾਈ ਰੱਖਿਆ ਹੈ, ਕਿਉਂਕਿ ਇਹ ਕਮਲੇ ਜਿਹੇ ਲੋਕ ਬ੍ਰਾਹਮਣ ਦੀ ਹੀ ਸਹਿਯੋਗੀ ਜੁੰਡਲੀ ਦੇ ਮੈਂਬਰ ਹੁੰਦੇ ਹਨ, ਜਿਨ੍ਹਾਂ ਦੇ ਅਬਲ ਟਬਲ ਬੋਲ ਕਈ ਵਾਰ ਸਹਿਮਨ ਪੂਰੇ ਵੀ ਹੋ ਜਾਂਦੇ ਹਨ, ਕਿਉਂਕਿ ਇਹ ਲੋਕ ਸਾਰਾ ਦਿਨ ਬਗੜਵਾ ਕਰਦੇ ਰਹਿੰਦੇ ਹਨ। ਜੇ 100 ਗੱਲਾਂ ਵਿੱਚੋਂ ਇੱਕ ਗੱਲ ਵੀ ਪੂਰੀ ਹੋ ਜਾਵੇ ਤਾਂ ਸਮਝਿਆ ਜਾਂਦਾ ਹੈ ਕਿ ਰੱਬ ਨੂੰ ਪਹੁੰਚਿਆ ਹੋਇਆ ਫਕੀਰ ਹੈ। ਹਾਲਾਂਕਿ ਉਹ ਵਿਚਾਰਾ ਮਾਨਸਿਕ ਰੋਗ ਤੋਂ ਪੀੜਤ ਹੁੰਦਾ ਹੈ, ਉਸ ਦਾ ਇਲਾਜ ਹੋਣਾ ਚਾਹੀਦਾ ਹੈ। ਪਰ ਬ੍ਰਾਹਮਣ ਕਹਿੰਦਾ ਹੈ, क्या जाने किस भेष में बाबा मिल जाए भगवान रे। ब्राह्मण हमेशा गैबी शक्ति का डर बनाई रखता है। अजकल सिख भी इसे राह तुर पए हैं, क्योंकि मंदिर मस्जिदां ते गुरुद्वारियां विच डरे हुए अते झुके हुए लोग जाते हैं। वो अपने घर ते बाल बच्चे की सुख सुखीली लई टल वजाउण तो लैके सरदलां दे नक रगड़न तक भी जाते हैं। ਉਹਨਾਂ ਨੂੰ ਹਰ ਵੇਲੇ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਮੇਰੇ ਪਰਿਵਾਰ ਦਾ ਕੋਈ ਜੀ ਮੈਥੋਂ ਵਿਛੜ ਨਾ ਜਾਵੇ, ਭਾਵ ਮਰ ਨਾ ਜਾਵੇ, ਜਾਂ ਮੇਰਾ ਕਾਰੋਬਾਰ ਠੀਕ ਹੋ ਜਾਵੇ, ਜਾਂ ਠੀਕ ਹੈ ਤੇ ਇਸੇ ਤਰ੍ਹਾਂ ਹੀ ਚੱਲਦਾ ਰਹੇ। ਫਿਰ ਉਸ ਨੂੰ ਇਹ ਵੀ ਡਰ ਰਹਿੰਦਾ ਹੈ ਕਿ ਕਿਤੇ ਮੈਂ ਹੀ ਨਾ ਮਰ ਜਾਵਾਂ। ਇਸ ਤਰ੍ਹਾਂ ਹਰ ਮਨੁੱਖ ਦੇ ਬਹੁਤ ਸਾਰੇ ਡਰ ਹੁੰਦੇ ਸਨ। ਉਹ ਰੱਬ ਅੱਗੇ ਨਹੀਂ ਸਗੋਂ ਆਪਣੇ ਡਰ ਅੱਗੇ ਝੁਕੇ ਹੋਏ ਹੁੰਦੇ ਹਨ। ਝੁਕਣਾ ਹਾਰ ਦੀ ਨਿਸ਼ਾਨੀ ਹੈ ਤੇ ਇਹ ਹਾਰੇ ਹੋਏ ਲੋਕ ਹੀ ਬ੍ਰਾਹਮਣ ਦਾ ਅਸਲ ਸ਼ਿਕਾਰ ਹੁੰਦੇ ਹਨ। ਇਸੇ ਤਰ੍ਹਾਂ ਹੀ ਮੰਗਣਾ ਵੀ ਇਸ ਦੇਸ਼ ਦੀ ਸੰਸਕ੍ਰਿਤੀ ਦੀ ਆਤਮਾ ਬਣ ਚੁੱਕੀ ਹੈ। ਤਾਂ ਹੀ ਤਾਂ ਲੋਹੜੀ ਵਰਗੇ ਫਜ਼ੂਲ ਜਿਹੇ ਤਿਉਹਾਰ ਇਜਾਦ ਕੀਤੇ ਗਏ ਹਨ, ਤਾਂ ਕਿ ਸਾਲ ਵਿੱਚ ਇੱਕ ਵਾਰ ਅਮੀਰ ਵੀ ਮੰਗ ਕੇ ਆਪਣੇ ਦਿਲ ਦਾ ਉਬਾਲ ਕੱਢ ਸਕਣ। ਇਸੇ ਲਈ ਭਾਰਤ ਵਿੱਚ ਗਰੀਬੀ ਦੀ ਜਕੜ ਗਹਿਰੀ ਹੁੰਦੀ ਗਈ ਹੈ। ਅਮੀਰ ਹੋ ਕੇ ਵੀ ਲੋਕ ਅਮੀਰੀ ਨਹੀਂ ਭੋਗ ਸਕੇ ਤੇ ਕੰਜੂਸ ਹੁੰਦੇ ਗਏ। ਪੂਰੀ ਦੁਨੀਆ ਵਿੱਚ ਪੈਸੇ ਤੇ ਲਿੰਗ ਦੀ ਪੂਜਾ ਕਿਤੇ ਨਹੀਂ ਹੁੰਦੀ, ਪਰ ਭਾਰਤ ਵਿੱਚ ਬ੍ਰਾਹਮਣ ਨੇ ਲੋਕਾਂ ਦੀ ਨਾਸੀ ਧੂੰ ਦੇ ਕੇ ਇਹ ਪੂਜਾ ਕਰਵਾਈ ਹੈ। ਇਸ ਲਈ ਬ੍ਰਾਹਮਣ ਦੀ ਸਿਰਜੀ ਹੋਈ ਗਰੀਬੀ ਦੀ ਕਮਜ਼ੋਰੀ ਨੂੰ ਛੁਪਾਉਣ ਲਈ ਸਾਦਗੀ, ਸਰਲਤਾ ਆਦਿ ਦਾ ਨਾਂ ਦਿੱਤਾ ਗਿਆ ਹੈ। ਜਦੋਂ ਭਾਰਤ ਆਜ਼ਾਦ ਹੋ ਗਿਆ ਤਾਂ ਵਾਇਸਰਾਏ ਦੇ ਮਹੱਲ ਨੂੰ ਰਾਸ਼ਟਰਪਤੀ ਭਵਨ ਦਾ ਨਾਂ ਦਿੱਤਾ ਗਿਆ। ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਨੇ ਰਾਸ਼ਟਰਪਤੀ ਭਵਨ ਵਿੱਚ ਰਹਿਣ ਤੋਂ ਇਨਕਾਰ ਕਰ ਦਿੱਤਾ। ਅਖੇ ਨਹੀਂ, ਮੈਂ ਤਾਂ ਝੌਂਪੜੀ ਵਿੱਚ ਹੀ ਰਹਿਣਾ ਹੈ। ਨਵੀਂ ਬਣੀ ਭਾਰਤ ਸਰਕਾਰ ਨੂੰ ਆਉਣ ਵਕਤ ਪਿਆ ਰਾਸ਼ਟਰਪਤੀ ਦੀ ਝੁੱਗੀ ਦਿੱਲੀ ਵਿੱਚ ਕਿੱਥੇ ਬਣਾਈ ਜਾਵੇ। ਅਖੀਰ ਸੋਚ ਕੇ ਕਾਰੀਗਰਾਂ ਨੂੰ ਬੁਲਾ ਕੇ ਰਾਸ਼ਟਰਪਤੀ ਭਵਨ ਦੇ ਹੀ ਇੱਕ ਕਮਰੇ ਨੂੰ ਝੁੱਗੀ ਦਾ ਰੂਪ ਦਿੱਤਾ ਗਿਆ। ਕਮਰੇ ਵਿੱਚ ਹੀ ਕਾਨਿਆਂ ਦੀ ਝੁੱਗੀ ਬਣਾਈ ਗਈ, ਜਿਸ ਤੇ ਕਾਨਿਆਂ ਸਮੇਤ ਉਸ ਭਲੇ ਜ਼ਮਾਨੇ ਵਿੱਚ 4 ਲੱਖ ਰੁਪਏ ਖਰਚਾ ਆਇਆ। ਇਹ ਸਾਰੀ ਬ੍ਰਾਹਮਣ ਦੀ ਖਰਚ ਵਿੱਦਿਆ ਦਾ ਹੀ ਨਤੀਜਾ ਹੈ, ਜਾਂ ਇਹ ਸਾਰੀ ਬ੍ਰਾਹਮਣ ਦੀ ਖਚਰ ਵਿੱਦਿਆ ਦਾ ਹੀ ਨਤੀਜਾ ਸੀ। ਬ੍ਰਾਹਮਣ ਕੀ ਕਹਿ ਕੇ ਲੋਕਾਂ ਨੂੰ ਨਿਤਾਣਾ ਕਰਦਾ ਹੈ। ਬ੍ਰਾਹਮਣ ਕਹਿੰਦਾ ਹੈ ਕਿ ਇੱਥੇ ਇਸ ਦੁਨੀਆ ਵਿੱਚ ਤੁਸੀਂ ਮੈਨੂੰ ਦਾਨ ਦਿਓ, ਮੈਨੂੰ ਦਿੱਤਾ ਹੋਇਆ ਦਾਨ ਕਈ ਗੁਣਾ ਵੱਧ ਹੋ ਕੇ ਤੁਹਾਨੂੰ ਸੁਰਗ ਵਿੱਚ ਮਿਲੇਗਾ। ਇਸੇ ਤਰ੍ਹਾਂ ਹੀ ਕਥਾ ਕਰਦਾ ਭਾਈ ਤੇ ਕੀਰਤਨ ਕਰਦਾ ਕੀਰਤਨੀਆ ਕਹਿੰਦਾ ਹੈ ਕਿ ਹੇ ਭਾਈ, ਜੇ ਤੂੰ ਭਵਸਾਗਰ ਤੋਂ ਪਾਰ ਲੰਘਣਾ ਹੈ ਤਾਂ ਕੀਰਤਨੀਆਂ ਦੀ ਸੇਵਾ ਕਰ। ਜੇ ਤਾਂ ਵਾਹਵਾ ਪੈਸੇ ਹੋ ਜਾਣ ਤਾਂ ਕੀਰਤਨੀਆ ਪੂਰੇ ਜੋਸ਼ ਵਿੱਚ ਆ ਕੇ ਹਾਰਮੋਨੀਅਮ ਵਾਜਾ ਵਜਾਉਂਦਾ ਹੈ ਤੇ ਸ਼ਬਦ ਪੜ੍ਹਦਾ ਹੈ, ਘਰ ਬੈਠਿਆਂ ਨੌਨਿਧ ਪਾਈ ਜੀ ਘਰ ਬੈਠਿਆਂ। ਪਰ ਜੇ ਵਾਜੇ ਤੇ ਪੈਸੇ ਥੋੜੇ ਹੋਣ ਤਾਂ ਵਾਜਾ ਇਸ ਤਰ੍ਹਾਂ ਵਜਾਉਂਦਾ ਹੈ ਜਿਵੇਂ ਗੁੱਟ ਦੁਖਦੇ ਹੋਣ। ਸ਼ਬਦ ਵੀ ਢੈਂਦੀ ਕਲਾ ਵਾਲਾ ਪੜ੍ਹਦਾ ਹੈ, ਅਸੀਂ ਜਨਮ ਕਰਮ ਦੇ ਹੀਣੇ ਜੀ, ਅਸੀਂ ਜਨਮ ਕਰਮ ਦੇ ਹੀਣੇ। ਬ੍ਰਾਹਮਣ ਨੇ ਲੋਕਾਂ ਨੂੰ ਇਹ ਗੱਲ ਇਸ ਤਰੀਕੇ ਨਾਲ ਸਮਝਾਈ ਹੈ ਕਿ ਉਹਨਾਂ ਨੂੰ ਭੁੱਲਦੀ ਨਹੀਂ। ਚਾਣਕੀਆ ਨੇ ਕਿਹਾ ਹੈ ਕਿ ਸ਼ੈਤਾਨ ਆਪਣੀ ਗੱਲਬਾਤ ਵਿੱਚ ਧਾਰਮਿਕ ਪੁਸਤਕਾਂ ਦੇ ਹਵਾਲੇ ਬਹੁਤ ਦਿੰਦਾ ਹੈ। ਇਸੇ ਤਰ੍ਹਾਂ ਹੀ ਬ੍ਰਾਹਮਣ ਸ਼ਲੋਕ ਉਚਾਰਨ ਕਰਕੇ ਦੱਸਦਾ ਹੈ ਕਿ ਜੇ ਤੁਸੀਂ ਗਰੀਬ ਹੋ ਤਾਂ ਇਸ ਕਰਕੇ ਨਹੀਂ ਕਿ ਅਮੀਰ ਤੁਹਾਨੂੰ ਲੁੱਟਦੇ ਹਨ, ਸਗੋਂ ਇਸ ਕਰਕੇ ਗਰੀਬ ਹੋ ਕਿ ਪਿਛਲੇ ਜਨਮ ਵਿੱਚ ਤੁਸੀਂ ਮਾੜੇ ਕਰਮ ਕੀਤੇ ਸਨ। ਬ੍ਰਾਹਮਣ
ਇੱਕ ਜਨਮ ਪਿਛਲਾ ਤੇ ਇੱਕ ਜਨਮ ਅਗਲਾ ਇਸੇ ਹੀ ਜਨਮ ਦਾ ਭਾਗ ਮੰਨਦਾ ਹੈ। ਉਹ ਕਹਿੰਦਾ ਹੈ ਕਿ ਪਿਛਲੇ ਜਨਮ ਕਰਕੇ ਤੂੰ ਇਸ ਜਨਮ ਵਿੱਚ ਗਰੀਬ ਹੈ, ਜੇ ਇਸ ਜਨਮ ਵਿੱਚ ਪੰਗਾ ਲਿਆ ਤਾਂ ਅਗਲੇ ਜਨਮ ਵਿੱਚ ਵੀ ਆਨੇ ਦਾ ਮੁਹਤਾਜ ਹੋਵੇਗਾ ਤੇ ਦੁੱਖ ਭੋਗੇਗਾ। ਚੰਗਾ ਇਹੋ ਹੀ ਹੈ ਕਿ ਇਸ ਜਨਮ ਵਾਂਗ ਅਗਲਾ ਵੀ ਖਰਾਬ ਨਾ ਕਰ। ਮੇਰੀ ਗਰੰਟੀ ਹੈ ਕਿ ਜੇ ਤੂੰ ਮੇਰੇ ਆਖੇ ਲੱਗੇਗਾ ਤਾਂ ਤੇਰੇ ਵਾਰੇ ਨਿਆਰੇ ਹੋ ਜਾਣਗੇ, ਨਹੀਂ ਤਾਂ ਤੂੰ ਆਪਣੇ ਆਪ ਨੂੰ ਖਤਮ ਸਮਝ। ਬ੍ਰਾਹਮਣ ਦੀਆਂ ਇਹ ਗੱਲਾਂ ਇੰਨੀਆਂ ਸ਼ਕਤੀਸ਼ਾਲੀ ਨਿਕਲੀਆਂ ਕਿ ਲੋਕਾਂ ਨੇ ਅਸਹਿ ਤੇ ਅਕਹਿ ਦੁੱਖ ਝੱਲਦੇ ਹੋਏ ਵੀ ਭਾਰਤ ਵਿੱਚ ਕੋਈ ਕ੍ਰਾਂਤੀ ਨਹੀਂ ਕੀਤੀ। ਪਿਛਲੇ 5000 ਸਾਲ ਤੋਂ ਬ੍ਰਾਹਮਣ ਨੇ 2 ਪੱਕੇ ਧੜੇ ਤਿਆਰ ਕੀਤੇ ਹੋਏ ਹਨ, ਇੱਕ ਲੁੱਟਣ ਵਾਲਾ, ਦੂਜਾ ਲੁੱਟ ਹੋਣ ਵਾਲਾ। ਲੁੱਟਣ ਵਾਲਾ ਧੜਾ ਤੇ ਬ੍ਰਾਹਮਣ ਦੋਵੇਂ ਘਿਓ ਖਿਚੜੀ ਹਨ। ਲੁੱਟਣ ਵਾਲਾ ਧੜਾ ਲੁੱਟ ਨੂੰ ਆਪਣਾ ਹੱਕ ਸਮਝਦਾ ਹੈ ਤੇ ਲੁੱਟ ਹੋਣ ਵਾਲਾ ਆਪਣਾ ਨਸੀਬ। ਫਿਰ ਕੋਈ ਕ੍ਰਾਂਤੀ ਕਿਵੇਂ ਹੋ ਸਕਦੀ ਹੈ? ਵਿਦਰੋਹ ਮਨ ਵਿੱਚ ਨਾ ਹੋਵੇ ਤਾਂ ਬਾਹਰ ਕਿਵੇਂ ਆ ਸਕਦਾ ਹੈ? ਬਿਲਕੁਲ ਇਹੋ ਹੀ ਤਰੀਕਾ ਸਿੱਖਾਂ ਦੇ ਸਾਧਾਂ ਦਾ ਹੈ। ਦੁੱਖਾਂ ਦੇ ਮਾਰੇ ਜੀ ਭਿਆਣੇ ਲੋਕ ਆਪਣਾ ਧਿਆਨ ਹੋਰ ਥਾਂ ਪਾਉਣ ਲਈ ਸਾਧਾਂ ਦੁਆਰਾ ਰੱਖੇ ਕੀਰਤਨਾਂ ਤੇ ਜਲੂਸਾਂ ਵਿੱਚ ਸ਼ਾਮਲ ਹੁੰਦੇ ਹਨ, ਚੜਾਵਾ ਚੜਾਉਂਦੇ ਹਨ, ਸੁਖਣਾ ਸੁਖਦੇ ਹਨ ਤੇ ਮੁੜ ਆਉਂਦੇ ਹਨ। ਜੇ ਸੁਖਣਾ ਪੂਰੀ ਹੋ ਗਈ ਤਾਂ ਪਹਿਲੀ ਦਾ ਭਾਰ ਲਾ ਕੇ ਅੱਗੋਂ ਹੋਰ ਸੁੱਖ ਲੈਂਦੇ ਹਨ। ਇਸ ਤਰ੍ਹਾਂ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲਾ, ਦੂਜੀ ਤਿਆਰ, ਤੇ ਇਸ ਤਰ੍ਹਾਂ ਹੀ ਜੀਵਨ ਲੀਲਾ ਖਤਮ ਹੋ ਜਾਂਦੀ ਹੈ। ਅਗਲੀ ਪੀੜ੍ਹੀ ਫੇਰ ਉਸੇ ਡੇਰੇ ਦੀ ਗੁਲਾਮ ਬਣ ਕੇ ਆਪਣਾ ਫਰਜ਼ ਨਿਭਾਉਣ ਆ ਜਾਂਦੀ ਹੈ। ਬ੍ਰਾਹਮਣ ਨੇ ਲੁੱਟਣ ਲੱਗਿਆਂ ਗਰੀਬ ਬੰਦੇ ਦਾ ਲਿਹਾਜ਼ ਤਾਂ ਭਾਵੇਂ ਕਦੇ ਨਹੀਂ ਕੀਤਾ, ਪਰ ਫਿਰ ਵੀ ਉਸ ਨੂੰ ਇੱਜ਼ਤ ਦਾ ਨਾਂ ਦਰਿਦਰ ਨਾਰਾਇਣ ਦਿੱਤਾ ਹੈ। ਬ੍ਰਾਹਮਣ ਕਹਿੰਦਾ ਹੈ ਕਿ ਗਰੀਬ ਬੰਦਾ ਪਰਮਾਤਮਾ ਦੇ ਜ਼ਿਆਦਾ ਨੇੜੇ ਹੁੰਦਾ ਹੈ, ਕਿਉਂਕਿ ਕਿਸੇ ਨੂੰ ਗਰੀਬ ਤੇ ਅਮੀਰ ਬਣਾਉਣਾ ਪਰਮਾਤਮਾ ਲਈ ਚੁਟਕੀ ਦਾ ਕੰਮ ਹੈ। ਇਸ ਲਈ ਹਰ ਬੰਦੇ ਨੂੰ ਪਰਮਾਤਮਾ ਦੀ ਕਰੋਪੀ ਤੋਂ ਬਚਣ ਲਈ ਬ੍ਰਾਹਮਣ ਦਾ ਸਹਾਰਾ ਲੈਣਾ ਚਾਹੀਦਾ ਹੈ, ਤਾਂ ਕਿ ਹਵਨ ਯੱਗ ਤੇ ਪੂਜਾ ਪਾਠ ਕਰਕੇ ਬ੍ਰਾਹਮਣ ਉਸ ਨੂੰ ਮਾੜੇ ਗ੍ਰਹਿਆਂ ਦੇ ਬੁਰੇ ਪ੍ਰਭਾਵਾਂ ਤੋਂ ਬਚਾਈ ਰੱਖੇ। ਪਰ ਫਿਰ ਵੀ ਜੇ ਕੋਈ ਗਰੀਬ ਹੋ ਜਾਂਦਾ ਹੈ ਤਾਂ ਉਸ ਦੇ ਪੂਰਬਲੇ ਕਰਮਾਂ ਦਾ ਅਸਰ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕਈ ਰਾਹ ਖੋਲ ਕੇ ਬ੍ਰਾਹਮਣ ਆਪਣੇ ਆਪ ਨੂੰ ਬਰੀ ਕਰ ਲੈਂਦਾ ਹੈ। ਤੇ ਇਸੇ ਤਰ੍ਹਾਂ ਹੀ ਅੱਜ ਸਿੱਖਾਂ ਦੇ ਸੰਤ ਸਾਧ ਗੁਰਦੁਆਰਿਆਂ ਦੇ ਗ੍ਰੰਥੀ ਤੇ ਕਥਾਵਾਚਕ ਕਰ ਰਹੇ ਹਨ। ਜਿੱਥੇ ਹਿੰਦੂਆਂ ਦੇ ਬ੍ਰਾਹਮਣ ਦਾ ਜ਼ਿਕਰ ਹੈ, ਪੜ੍ਹ ਕੇ ਸਮਝ ਲਿਆ ਜਾਣਾ ਚਾਹੀਦਾ ਹੈ ਕਿ ਸਿੱਖਾਂ ਲਈ ਉਪਰੋਕਤ ਸਾਧ ਸੰਤ ਵਗੈਰਾ ਬ੍ਰਾਹਮਣ ਦਾ ਹੀ ਰੂਪ ਹਨ। ਜੇ ਗਰੀਬੀ ਨੂੰ ਖਤਮ ਕਰਨਾ ਹੋਵੇ ਤਾਂ ਗਰੀਬੀ ਨੂੰ ਨਫ਼ਰਤ ਕੀਤੀ ਜਾਣੀ ਚਾਹੀਦੀ ਹੈ। ਬਿਲਕੁਲ ਉਸੇ ਹੀ ਤਰ੍ਹਾਂ ਹੀ ਜਿਵੇਂ ਚੇਚਕ ਨੂੰ ਨਫ਼ਰਤ ਕੀਤੀ ਗਈ ਸੀ ਤਾਂ ਉਹ ਦੁਨੀਆ ਤੋਂ ਖਤਮ ਹੋ ਗਈ। ਨਹੀਂ ਤਾਂ ਪਹਿਲਾਂ ਲੋਕ ਉਸ ਨੂੰ ਬ੍ਰਾਹਮਣ ਦਾ ਦਿੱਤਾ ਹੋਇਆ ਧਾਰਮਿਕ ਨਾਂ ਮਾਤਾ ਕਹਿ ਕੇ ਪੂਜਦੇ ਵੀ ਰਹੇ ਹਨ। ਪਰ ਹੁਣ ਕੰਧਾਂ ਤੇ ਲਿਖਿਆ ਹੋਇਆ ਹੈ ਕਿ ਚੇਚਕ ਦੀ ਖਬਰ ਦਿਓ ਤੇ ਇਨਾਮ ਪਾਓ। ਸਿੱਖ ਧਰਮ ਵਿੱਚ ਸਤਿਗੁਰਾਂ ਨੇ ਗਰੀਬੀ ਨਾਲ ਪੂਰੀ ਨਫ਼ਰਤ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗਰੀਬੀ ਨਿਰੀ ਮੌਤ ਅਤੇ ਲਾਹਨਤ ਹੈ ਤੇ ਇਸ ਨੂੰ ਖਤਮ ਕਰਨ ਨਾਲ ਹੀ ਮਨੁੱਖਤਾ ਦਾ ਭਲਾ ਹੋ ਸਕਦਾ ਹੈ। ਪਹਿਲੇ ਗੁਰੂਆਂ ਨੇ ਲੰਗਰ ਦੀ ਪ੍ਰਥਾ ਚਲਾ ਕੇ ਹਰ ਬੰਦੇ ਲਈ ਮੁੱਢਲੀ ਲੋੜ ਭੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਜਿਸ ਦੀ ਭੁੱਖ ਦੂਰ ਕੀਤੀ ਉਸ ਨੂੰ ਕਿਰਤ ਕਰਨ ਤੇ ਹੋਰ ਲੋਕਾਂ ਵਿੱਚ ਵੰਡ ਛਕਣ ਦਾ ਵੀ ਹੁਕਮ ਕੀਤਾ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਇੱਕ ਪੂਰਾ ਤਜਾਰਤੀ ਸ਼ਹਿਰ ਅੰਮ੍ਰਿਤਸਰ ਹੀ ਵਸਾ ਦਿੱਤਾ। ਲੂਣ ਮੰਡੀ, ਘਾਹ ਮੰਡੀ, ਭਾਂਡਿਆਂ ਵਾਲਾ ਬਾਜ਼ਾਰ, ਕੱਪੜਿਆਂ ਵਾਲਾ ਬਾਜ਼ਾਰ ਤੇ ਹਰ ਤਰ੍ਹਾਂ ਦੀ ਇਜਾਰਤ ਲਈ ਇੱਕ ਵਪਾਰਕ ਕੇਂਦਰ ਸਥਾਪਿਤ ਕਰ ਦਿੱਤਾ। ਗੁਰੂ ਜੀ ਖੁਦ ਆਪ ਸਿੱਖਾਂ ਨੂੰ ਘੋੜਿਆਂ ਦੀਆਂ ਨਸਲਾਂ ਪਰਖਣ ਤੇ ਉਹਨਾਂ ਦਾ ਵਪਾਰ ਕਰਨ ਦੀ ਟ੍ਰੇਨਿੰਗ ਦਿੰਦੇ ਸਨ, ਤਾਂ ਕਿ ਸਿੱਖ ਰੁਜ਼ਗਾਰ ਦੇ ਮਾਮਲੇ ਵਿੱਚ ਆਤਮ ਨਿਰਭਰ ਹੋ ਜਾਣ ਤੇ ਵਧੀਆ ਜੀਵਨ ਗੁਜ਼ਾਰਨ। ਪਰ ਉਸ ਤੋਂ ਪਹਿਲਾਂ ਬ੍ਰਾਹਮਣ ਨੇ ਕਦੇ ਵੀ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਸੀ ਕੀਤਾ। ਜੇ ਕੋਈ ਗਰੀਬ ਸੀ ਤਾਂ ਰੱਬ ਦੀ ਮਰਜ਼ੀ, ਜੇ ਕੋਈ ਅਮੀਰ ਸੀ ਤਾਂ ਰੱਬ ਦੀ ਮਰਜ਼ੀ। ਇਹੋ ਜਿਹੇ ਰੱਬ ਨੂੰ ਅੱਗੋਂ ਤੋਂ ਖੁਸ਼ ਰੱਖਣ ਲਈ ਗਰੀਬ ਤੇ ਅਮੀਰ ਦੋਵਾਂ ਦੀ ਹੀ ਪੱਕੀ ਡਿਊਟੀ ਬ੍ਰਾਹਮਣ ਦੀ ਸੇਵਾ ਵਿੱਚ ਰਹਿਣ ਦੀ ਸੀ। ਨਹੀਂ ਤਾਂ ਗਰੀਬ ਦੇ ਅਗਲੇ ਜਨਮ ਵਿੱਚ ਵੀ ਗਰੀਬ ਹੀ ਪੈਦਾ ਹੋਣ ਦਾ ਡਰ ਸੀ ਤੇ ਚੰਗਾ ਭਲਾ ਅਮੀਰ ਇਸੇ ਜੀਵਨ ਵਿੱਚ ਹੀ ਗਰੀਬ ਹੋ ਸਕਦਾ ਸੀ।
ਬਸ ਡਰਾ ਕੇ ਰੱਖਣਾ ਹੀ ਬ੍ਰਾਹਮਣ ਦਾ ਸਿਧਾਂਤ ਸੀ। ਉਹੀ ਡਰਾਵਾ ਹੁਣ ਦੇ ਸਾਧ, ਸੰਤ, ਭਾਈ ਤੇ ਕੀਰਤਨੀਏ ਦੇ ਰਹੇ ਹਨ। 5000 ਸਾਲਾਂ ਤੋਂ ਬ੍ਰਾਹਮਣ ਨੇ ਕੋਈ ਵੱਡੀ ਲੜਾਈ ਨਹੀਂ ਹੋਣ ਦਿੱਤੀ। ਉਸ ਦਾ ਕਾਰਨ ਇਹ ਸੀ ਕਿ ਉਹਨਾਂ ਦੇ ਹੀ ਬਣਾਏ ਹੋਏ ਦੂਜੇ ਵਰਗ ਅਰਥਾਤ ਕਸ਼ੱਤਰੀ ਨੇ ਬ੍ਰਾਹਮਣਾਂ ਨੂੰ ਬਹੁਤ ਸਤਿਕਾਰ ਦਿੱਤਾ। ਬ੍ਰਾਹਮਣ ਦੇ ਆਖੇ ਉਹ ਕੁਝ ਵੀ ਕਰਦੇ ਰਹੇ। ਉਹਨਾਂ ਦੀ ਕਾਰਗੁਜ਼ਾਰੀ ਤੋਂ ਬ੍ਰਾਹਮਣ ਪੂਰੀ ਤਰ੍ਹਾਂ ਸੰਤੁਸ਼ਟ ਸੀ। ਜੇ ਕਿਤੇ ਕਿਸੇ ਰਾਜੇ ਦਾ ਰਾਜ ਬਦਲ ਵੀ ਜਾਂਦਾ ਤਾਂ ਬ੍ਰਾਹਮਣ ਫੱਟ ਪਹਿਲੇ ਰਾਜੇ ਨੂੰ ਭੁੱਲ ਕੇ ਦੂਜੇ ਨਾਲ ਜਾ ਲੱਗਦੇ। ਇੱਥੋਂ ਤੱਕ ਕਿ ਜੇ ਕੋਈ ਗੈਰ ਕਸ਼ੱਤਰੀ ਵੀ ਰਾਜਾ ਬਣ ਜਾਂਦਾ ਤਾਂ ਉਹ ਉਸ ਦੇ ਵੀ ਉਹਨੇ ਹੀ ਸ਼ੁਭ ਚਿੰਤਕ ਬਣ ਜਾਂਦੇ ਜਿੰਨੇ ਕਸ਼ੱਤਰੀ ਰਾਜੇ ਦੇ ਸਨ। ਜੇ ਰਾਜਾ ਮਾਨ ਸਿੰਘ ਨੇ ਅਕਬਰ ਨੂੰ ਆਪਣੀ ਭੈਣ ਦਾ ਡੋਲਾ ਦੇਣ ਦੀ ਬ੍ਰਾਹਮਣ ਨਾਲ ਸਲਾਹ ਕੀਤੀ ਤਾਂ ਉਸਨੇ ਇਸ ਕੰਮ ਨੂੰ ਸ਼ੁਭ ਕਹਿ ਕੇ ਝੱਟ ਮਨਜ਼ੂਰੀ ਦੇ ਦਿੱਤੀ। ਹੁਣ ਸਿੱਖਾਂ ਦੇ ਭਾਈਆਂ ਤੇ ਗ੍ਰੰਥੀਆਂ ਦੀ ਵੀ ਇਹੀ ਗੱਲ ਹੈ। ਜਿਸ ਤਰ੍ਹਾਂ ਬ੍ਰਾਹਮਣਾਂ ਨੂੰ ਪਤਾ ਸੀ ਕਿ ਅਸੀਂ ਮੌਕੇ ਦੇ ਰਾਜਿਆਂ ਦੇ ਆਸਰੇ ਹੀ ਹਾਂ, ਇਸੇ ਤਰ੍ਹਾਂ ਹੀ ਸਾਧਾਂ ਸੰਤਾਂ ਨੂੰ ਪਤਾ ਹੈ ਕਿ ਅਸੀਂ ਮੌਕੇ ਦੀ ਹਕੂਮਤ ਨਾਲ ਰਹਾਂਗੇ ਤਾਂ ਸੁੱਖ ਭੋਗਾਂਗੇ। ਇਸੇ ਸੁੱਖ ਕਰਕੇ ਹੀ ਇਹਨਾਂ ਸਾਧਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਸਾਥ ਨਹੀਂ ਦਿੱਤਾ, ਸਗੋਂ ਬਰਨਾਲੇ ਬੇਅੰਤ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਪੂਰਾ ਸਾਥ ਦਿੱਤਾ। ਨੌਜਵਾਨ ਖਾੜਕੂਆਂ ਨੂੰ ਇਹਨਾਂ ਨੇ ਆਪਣੇ ਡੇਰਿਆਂ ਦੀ ਚੌਗਾਠ ਨਹੀਂ ਟੱਪਣ ਦਿੱਤੀ, ਸਗੋਂ ਜ਼ਾਲਮ ਪੁਲਸੀਆਂ ਤੇ ਮੰਤਰੀਆਂ ਦੇ ਘਰ ਸੰਪਟ ਪਾਠ ਕੀਤੇ ਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕੀਤੀਆਂ। ਕਹਿੰਦੇ ਹਨ ਸਿਕੰਦਰ ਜਦੋਂ ਭਾਰਤ ਨੂੰ ਜਿੱਤਦਾ ਹੋਇਆ ਵਾਪਸ ਆਪਣੇ ਦੇਸ਼ ਨੂੰ ਮੁੜਨ ਲੱਗਾ ਤਾਂ ਉਸਨੇ ਇੱਕ ਸੰਤ ਨੂੰ ਆਪਣੇ ਨਾਲ ਆਪਣੇ ਦੇਸ਼ ਲਿਜਾਣ ਦੀ ਸੋਚੀ ਤਾਂ ਕਿ ਉੱਥੇ ਜਾ ਕੇ ਲੋਕਾਂ ਨੂੰ ਦਿਖਾਇਆ ਜਾਵੇ ਕਿ ਭਾਰਤ ਵਿੱਚ ਇਦਾਂ ਦੇ ਸੰਤ ਹੁੰਦੇ ਹਨ। ਉਸ ਨੂੰ ਇੱਕ ਸੰਤ ਦੀ ਦੱਸ ਪਈ। ਫੌਜ ਦੇ ਅਫਸਰ ਨੇ ਸਮਰਾਟ ਸਿਕੰਦਰ ਦੀ ਇੱਛਾ ਉਸ ਸੰਤ ਨੂੰ ਦੱਸੀ ਤੇ ਕਿਹਾ ਕਿ ਤੂੰ ਜਲਦੀ ਯੂਨਾਨ ਜਾਣ ਦੀ ਤਿਆਰੀ ਕਰ, ਤੇਰੀ ਕਿਸਮਤ ਖੁੱਲ ਗਈ ਹੈ। ਸੰਤ ਨੇ ਜਵਾਬ ਦਿੱਤਾ ਕਿ ਭਾਵੇਂ ਸਮਰਾਟ ਸਾਰੀ ਦੁਨੀਆ ਜਿੱਤ ਲਵੇ ਪਰ ਉਹ ਸੰਤ ਨੂੰ ਨਹੀਂ ਜਿੱਤ ਸਕਦਾ। ਇਹ ਕਹਿ ਕੇ ਸੰਤ ਨੇ ਜਾਣ ਤੋਂ ਨਾ ਕਰ ਦਿੱਤੀ। ਫਿਰ ਸਿਕੰਦਰ ਨੂੰ ਆਪ ਆਉਣਾ ਪਿਆ। ਸੰਤ ਨੇ ਸਿਕੰਦਰ ਨੂੰ ਵੀ ਨਾ ਕਰ ਦਿੱਤੀ ਤਾਂ ਸਿਕੰਦਰ ਨੇ ਕਿਰਪਾਨ ਕੱਢ ਲਈ ਤੇ ਕਿਹਾ, ਸੰਤਾ ਜੇ ਹੁਣ ਨਾ ਕੀਤੀ ਤਾਂ ਸਿਰ ਧੜ ਤੋਂ ਵੱਖ ਸਮਝੀ। ਸੰਤ ਨੇ ਕਿਹਾ, ਤੂੰ ਸਿਰ ਵੱਢੇਗਾ ਕਿਹਦਾ? ਮੈਂ ਤਾਂ ਆਪਣਾ ਸਿਰ ਪਹਿਲਾਂ ਹੀ ਵੱਢਿਆ ਹੋਇਆ ਹੈ। ਜਿਸ ਨੇ ਆਪਣੇ ਆਪ ਨੂੰ ਜਿੱਤ ਲਿਆ ਹੋਵੇ ਉਸ ਨੂੰ ਵੀ ਕੋਈ ਜਿੱਤ ਸਕਦਾ ਹੈ। ਸਮਰਾਟ ਤੂੰ ਲੋਕਾਂ ਨੂੰ ਜਿੱਤ ਸਕਦਾ ਹੈ, ਸੰਤਾਂ ਨੂੰ ਨਹੀਂ। ਪਰ ਅੱਜ ਦੇ ਸੰਤ ਵਿਦੇਸ਼ਾਂ ਦਾ ਵੀਜ਼ਾ ਲਵਾਉਣ ਲਈ ਟੁੱਚੇ ਜਿਹੇ ਮੰਤਰੀਆਂ ਤੇ ਅਫਸਰਾਂ ਦੀ ਜੁੱਤੀ ਦੇ ਤਲਵੇ ਚੱਟਣ ਲਈ ਜਾਂਦੇ ਹਨ। ਅਖੇ ਅਸੀਂ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਜਾਣਾ ਹੈ। ਕੋਈ ਪੁੱਛੇ ਬਈ ਉੱਥੇ ਸਿੱਖੀ ਦਾ ਪ੍ਰਚਾਰ ਕਰਨ ਲਈ ਤੇ ਤਾਂ ਜਾਓ ਜੇ ਤੁਸੀਂ ਇੱਥੇ ਪੂਰੀਆਂ ਪਾ ਲਈਆਂ ਹੋਣ। ਜਿੱਦਾਂ ਦਾ ਗੰਦ ਤੁਸੀਂ ਇੱਥੇ ਘੋਲਦੇ ਹੋ ਉਹੋ ਜਿਹਾ ਹੀ ਵਿਦੇਸ਼ਾਂ ਵਿੱਚ ਘੋਲਦੇ ਹੋ। ਜੇ ਅਮਰੀਕਾ ਵਿੱਚ ਡਾਲਰ ਦੀ ਕੀਮਤ 48 ਰੁਪਏ ਤੇ ਇੰਗਲੈਂਡ ਵਿੱਚ ਪਾਉਂਡ ਦੀ 70 ਰੁਪਏ ਨਾ ਹੋਵੇ ਤਾਂ ਤੁਸੀਂ ਕਦੇ ਉਧਰ ਮੂੰਹ ਵੀ ਨਾ ਕਰੋ। ਜਿਨ੍ਹਾਂ ਦੇਸ਼ਾਂ ਵਿੱਚ ਕਰੰਸੀ ਦੀ ਕੀਮਤ ਭਾਰਤੀ ਕਰੰਸੀ ਜਿੰਨੀ ਹੀ ਹੈ ਜਾਂ ਇਸ ਤੋਂ ਘੱਟ ਹੈ ਉੱਥੇ ਤਾਂ ਤੁਸੀਂ ਕਦੇ ਨਹੀਂ ਗਏ। ਭੱਜ ਭੱਜ ਅਮਰੀਕਾ, ਕੈਨੇਡਾ ਤੇ ਇੰਗਲੈਂਡ ਹੀ ਜਾਂਦੇ ਹੋ। ਕੀ ਇੱਥੇ ਸਾਰੇ ਸਿੱਖ ਅੰਮ੍ਰਿਤਧਾਰੀ ਹੋ ਗਏ ਹਨ ਜਿਹੜਾ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਜੇ? ਇੱਥੇ ਸੰਤ ਪਹਿਲਾਂ ਹੀ ਉੱਠ ਕੇ ਐਲਾਨ ਕਰ ਦਿੰਦੇ ਹਨ ਕਿ ਇਹ ਸੰਤਾਂ ਦੀ ਸਟੇਜ ਹੈ, ਨਿਰੋਲ ਧਾਰਮਿਕ ਗੱਲਾਂ ਹੀ ਹੋ ਸਕਦੀਆਂ ਹਨ। ਕੋਈ ਵੀ ਸੱਜਣ ਰਾਜਨੀਤਿਕ ਗੱਲ ਨਹੀਂ ਕਰ ਸਕਦਾ। ਇਹ ਗੱਲ ਕਰਨ ਲੱਗੇ ਇਹ ਉੱਕਾ ਭੁੱਲ ਜਾਂਦੇ ਹਨ ਕਿ ਸਿੱਖ ਦਾ ਧਰਮ ਤੇ ਰਾਜਨੀਤੀ ਇਕੱਠੀ ਹੈ। ਜੋ ਕੋਈ ਵਿਅਕਤੀ ਰਾਜਨੀਤੀ ਤੋਂ ਵੱਖ ਹੁੰਦਾ ਹੈ ਤਾਂ ਆਪਣੇ ਆਪ ਹੀ ਧਰਮ ਤੋਂ ਵੀ ਵੱਖ ਹੋ ਜਾਂਦਾ ਹੈ, ਕਿਉਂਕਿ ਰਾਜਨੀਤੀ ਨੂੰ ਧਰਮ ਨਾਲ ਚਲਾਉਣਾ ਸਿੱਖੀ ਦੀ ਅਟੁੱਟ ਕੜੀ ਹੈ। ਇਹ ਗੁਰੂਆਂ ਦਾ ਸਿਧਾਂਤ ਹੈ ਜਿਸ ਨੂੰ ਸਾਧ ਸੰਤ ਰੋਜ਼ ਤੋੜਦੇ ਮਰੋੜਦੇ ਹਨ। ਉਹ ਸੰਤ ਤਾਂ ਸਿਕੰਦਰ ਨਾਲ ਨਹੀਂ ਗਿਆ ਪਰ ਸਾਡੇ ਸੰਤ ਤਾਂ ਰੋਜ਼ ਹਾਕਮਾਂ ਨੂੰ ਮਿਲਣ ਲਈ ਲਿਲਕੜੀਆਂ ਕੱਢਦੇ ਹਨ ਤੇ ਜਾ ਕੇ ਉਹਨਾਂ ਦੀਆਂ ਬਰੂਹਾਂ ਉੱਤੇ ਬਹਿਣ ਨੂੰ ਵੀ ਤਿਆਰ ਹਨ। ਜਿਨ੍ਹਾਂ ਸੰਤਾਂ ਨੇ ਸਰਕਾਰ ਨੂੰ ਦਬਕ ਕੇ ਸਿੱਖੀ ਦਾ ਬਚਾਅ ਕਰਨਾ ਸੀ ਉਹ ਆਪ ਬ੍ਰਾਹਮਣ ਰੂਪ ਹੋ ਕੇ ਲੋਕਾਂ ਨੂੰ ਲੁੱਟਣ ਤੇ ਗੁੰਮਰਾਹ ਕਰਨ ਲਈ ਲੰਗੋਟੇ ਲਾਈ ਫਿਰਦੇ ਹਨ। ਜੇ ਨਿਰੇ ਸਿੱਖ ਡੇਰੇ ਵੀ ਹੁੰਦੇ ਤਾਂ ਸ਼ਾਇਦ ਸਿੱਖੀ ਦਾ ਇੰਨਾ ਨੁਕਸਾਨ ਨਾ ਹੁੰਦਾ ਤੇ ਬਹੁਤੀ ਢਾਹ ਨਾ ਲੱਗਦੀ। ਪਰ ਹੁਣ ਇਹ ਡੇਰੇ ਲੁਬਾਣਿਆਂ, ਰਵਿਦਾਸੀਆਂ, ਸ਼ਹੀਦਾਂ, ਬਾਲਮੀਕੀਆਂ, ਗੁਰੂ ਜੀ ਦੇ ਵੇਲੇ
ਘੁੰਗਣੀਆਂ ਵੇਚਣ ਵਾਲੇ ਸੋਮੇ ਸ਼ਾਹ ਜਾਂ ਹੋਰ ਐਸੀਆਂ ਜਾਤਾਂ ਤੇ ਵੀ ਆਧਾਰਿਤ ਹਨ। ਹਰ ਡੇਰੇ ਦੀ ਆਪਣੀ ਮਰਿਆਦਾ ਤੇ ਆਪਣੇ ਹੀ ਬਾਣੀ ਦੇ ਅਰਥ ਹਨ। ਸਿੱਖ ਅੱਜ ਪੂਰਾ ਬ੍ਰਾਹਮਣਵਾਦ ਦੀ ਲੀਹ ਤੇ ਚੱਲਦਾ ਹੈ। ਜਦੋਂ ਕੌਰਵਾਂ ਦੇ ਦਰਬਾਰ ਵਿੱਚ ਦ੍ਰੋਪਦੀ ਦੀ ਸਾੜੀ ਲਾਈ ਜਾ ਰਹੀ ਸੀ ਤਾਂ ਉਹ ਬੇਬਸ ਆਪਣੇ ਪਤੀਆਂ ਵੱਲ ਵੇਖ ਰਹੀ ਸੀ। ਪਰ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਇਹਨਾਂ ਜੁਆਰੀਆਂ ਨੇ ਤਾਂ ਆਪ ਮੈਨੂੰ ਦਾਅ ਤੇ ਲਾਇਆ ਹੈ, ਇਹ ਮੈਨੂੰ ਨਹੀਂ ਬਚਾਉਣਗੇ, ਤਾਂ ਉਸ ਨੂੰ ਪੂਰਾ ਭਰੋਸਾ ਸੀ ਕਿ ਭੀਸ਼ਮ ਪਿਤਾਮਾ ਵਰਗੇ ਬਜ਼ੁਰਗ ਦੇ ਹੁੰਦਿਆਂ ਕੋਈ ਮੇਰੀ ਹਵਾ ਵੱਲ ਵੀ ਨਹੀਂ ਵੇਖ ਸਕਦਾ। ਇਹ ਕਿਵੇਂ ਹੋ ਸਕਦਾ ਹੈ ਕਿ ਉਸ ਸਤਿਕਾਰਯੋਗ ਬਜ਼ੁਰਗ ਦੇ ਹੁੰਦਿਆਂ ਕੋਈ ਮੈਨੂੰ ਬੇਇੱਜ਼ਤ ਕਰਨ ਦੀ ਜੁਰਤ ਕਰੇ। ਉਸਨੇ ਬੜੀਆਂ ਤਰਸ ਭਰੀਆਂ ਨਜ਼ਰਾਂ ਨਾਲ ਭੀਸ਼ਮ ਪਿਤਾਮਾ ਤੇ ਹੋਰ ਰਿਸ਼ੀਆਂ ਮੁਨੀਆਂ ਵੱਲ ਵੇਖਿਆ। ਉਹਨਾਂ ਵਿੱਚ ਦ੍ਰੋਣਾਚਾਰੀਆ ਵੀ ਬੈਠਾ ਸੀ, ਜਿਹੜਾ ਪਾਂਡਵਾਂ ਤੇ ਕੌਰਵਾਂ ਦੋਵਾਂ ਦਾ ਹੀ ਗੁਰੂ ਸੀ। ਦ੍ਰੋਪਦੀ ਦੀ ਨਜ਼ਰ ਜਦੋਂ ਸਭ ਤੋਂ ਹੁੰਦੀ ਹੋਈ ਦ੍ਰੋਣਾਚਾਰੀਆ ਦੇ ਚਿਹਰੇ ਤੇ ਪਈ ਤਾਂ ਦ੍ਰੋਣਾਚਾਰੀਆ ਨੇ ਅੱਖਾਂ ਥੱਲੇ ਕਰ ਲਈਆਂ। ਦ੍ਰੋਪਦੀ ਸਮਝ ਗਈ ਕਿ ਇਹਨਾਂ ਝੁੱਡੂਆਂ ਨੇ ਮੇਰਾ ਬਚਾਅ ਨਹੀਂ ਕਰਨਾ। ਪਤਾ ਨਹੀਂ ਮਹਾਭਾਰਤ ਦੀ ਦ੍ਰੋਪਦੀ ਦੀ ਪੱਤ ਬਚੀ ਕਿ ਨਹੀਂ, ਪਰ ਸਿੱਖ ਸੰਘਰਸ਼ ਵੇਲੇ ਇੱਥੋਂ ਵਾਲੀ ਕਿਸੇ ਦ੍ਰੋਪਦੀ ਦੀ ਪੱਤ ਨਹੀਂ ਬਚੀ ਹੋਣੀ, ਕਿਉਂਕਿ ਉਸ ਦ੍ਰੋਪਦੀ ਦੀ ਸਾੜੀ ਲੱਥਣ ਵੇਲੇ ਬਹੁਤ ਲੋਕ ਮੌਜੂਦ ਸਨ, ਪਰ ਥਾਣਿਆਂ ਵਿੱਚ ਸਾੜੀ ਲਾਉਣ ਵਾਲਿਆਂ ਤੋਂ ਬਗੈਰ ਹੋਰ ਉੱਥੇ ਕੋਈ ਨਹੀਂ ਸੀ ਹੁੰਦਾ। ਉਧਰ ਹਾਲਾਤ ਇੰਨੇ ਸਾਜ਼ਗਾਰ ਸਨ ਕਿ ਆਵਾਜ਼ ਬਾਹਰ ਜਾਵੇ ਵੀ ਤਾਂ ਕਿਸੇ ਨੂੰ ਸੁਣੇ ਨਾ। ਗੁਰਦੁਆਰਿਆਂ ਦੀਆਂ ਆਵਾਜ਼ਾਂ ਦੀ ਕਾਵਾਂ ਰੌਲੀ ਪਈ ਹੁੰਦੀ। ਗੁਰਬਾਣੀ ਦਾ ਉੱਚੀ ਧੁਨ ਵਿੱਚ ਕੀਰਤਨ ਹੋ ਰਿਹਾ ਹੈ, ਰਹਿ ਰਾਸ ਹੋ ਰਹੀ ਹੈ, ਆਨੰਦ ਭਇਆ ਮੇਰੀ ਮਾਂ ਪੜ੍ਹਿਆ ਜਾ ਰਿਹਾ ਹੈ। ਉਧਰ ਇੱਕ ਅਬਲਾ 20 ਪੁਲਿਸ ਵਾਲਿਆਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੁੰਦੀ ਅਤੇ ਇੱਧਰ ਸ਼ਹਿਰ ਦੇ ਗੁਰਦੁਆਰਿਆਂ ਵਿੱਚ ਕੰਘੀ ਪੱਟੀ ਕਰਕੇ ਗਲਵੇ ਵਿੱਚ ਪਾਊਡਰ ਪਾਈ ਸ਼ਹਿਰੀ ਸਿੱਖ ਬੀਬੀਆਂ ਗੁਰਬਾਣੀ ਸੁਣ ਰਹੀਆਂ ਹੁੰਦੀਆਂ। ਲੱਖ ਲਾਹਨਤ ਹੈ ਇਹੋ ਜਿਹੀ ਕੌਮ ਦੇ ਜਿਹੜੀ ਦੋ ਭਾਗਾਂ ਵਿੱਚ ਜ਼ਿੰਦਗੀ ਜਿਉ ਰਹੀ ਹੈ। ਪੰਜਾਬ ਸਮੱਸਿਆ ਵੇਲੇ ਕਈ ਬੀਬੀਆਂ ਨੂੰ ਡੇਰਿਆਂ ਦੇ ਗੁਆਂਢੋਂ ਗੁੱਤਾਂ ਮਰੋੜ ਕੇ ਪੁਲਿਸ ਗੱਡੀਆਂ ਵਿੱਚ ਸੁੱਟ ਕੇ ਲੈ ਗਈ, ਪਰ ਇੱਕ ਕੜਾਹ ਖਾਣੇ ਰੇਸ਼ਮੀ ਰਜਾਈਆਂ ਵਿੱਚ ਸੌਣ ਵਾਲੇ ਸਾਧ ਟੱਸ ਤੋਂ ਮਸ ਨਾ ਹੋਏ, ਸਗੋਂ ਲਾਊਡ ਸਪੀਕਰ ਉੱਚੀ ਕਰਕੇ ਸੰਗ ਪਾੜਨ ਲੱਗ ਪੈਂਦੇ ਤਾਂ ਕਿ ਜੇ ਕੋਈ ਪੁੱਛੇਗਾ ਤਾਂ ਅਸੀਂ ਆਖਾਂਗੇ ਅਸੀਂ ਤਾਂ ਪਾਠ ਕਰਦੇ ਸਾਂ, ਪੁਲਿਸ ਕਦੋਂ ਆਈ ਕਦੋਂ ਗਈ ਸਾਨੂੰ ਪਤਾ ਹੀ ਨਹੀਂ ਲੱਗਾ। ਇਹਨਾਂ ਡੇਰੇਦਾਰਾਂ ਨੇ ਬੀਬੀਆਂ ਦੀ ਇੱਜ਼ਤ ਪੱਤ ਬਚਾਉਣ ਲਈ ਕੁਝ ਨਾ ਕੀਤਾ। ਕਈ ਤਾਂ ਪੁਲਿਸ ਵਾਲਿਆਂ ਦੇ ਘਰੀ ਉਦੋਂ ਅਖੰਡ ਪਾਠ ਰੱਖੀ ਬੈਠੇ ਸਨ। ਲੋਹੀਆਂ ਲਾਗੇ ਪਿੰਡ ਵਿੱਚੋਂ ਪੁਲਿਸ ਇੱਕ ਬੀਬੀ ਨੂੰ ਫੜ ਕੇ ਲੈ ਗਈ। ਉਸ ਦਾ ਬਾਪ ਉਸ ਨੂੰ ਮਿਲਣ ਆਇਆ, ਉਹਨੂੰ ਵੀ ਫੜ ਲਿਆ। ਮੈਂ ਉਦੋਂ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਸੀ। ਜਦੋਂ ਮੈਂ ਰਾਤ ਨੂੰ 7 ਵਜੇ ਲੋਹੀਆਂ ਥਾਣੇ ਪਹੁੰਚਿਆ ਤਾਂ ਥਾਣੇਦਾਰ ਥਾਣੇ ਵਿੱਚ ਹੀ ਬੈਠਾ ਸੀ। ਮੈਂ ਉਸ ਨੂੰ ਉਸ ਬੀਬੀ ਦੇ ਬਜ਼ੁਰਗ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਇਹਨਾਂ ਦੇ ਘਰ ਇੱਕ ਖਾੜਕੂ ਨੇ ਕਿਸੇ ਦਾ ਕਤਲ ਕਰ ਦਿੱਤਾ ਹੈ। ਮੈਂ ਪੁੱਛਿਆ ਉਹ ਕਤਲ ਇਸ ਕੁੜੀ ਜਾਂ ਇਹਦੇ ਪਤੀ ਨੇ ਕੀਤਾ ਹੈ? ਥਾਣੇਦਾਰ ਸੁੱਚਾ ਸਿੰਘ ਨੇ ਕਿਹਾ ਨਹੀਂ, ਇਹਦਾ ਪਤੀ ਉਦੋਂ ਘਰ ਨਹੀਂ ਸੀ। ਮੈਂ ਪੁੱਛਿਆ ਖਾੜਕੂ ਤੋਂ ਡਰਦਾ ਉਹਦਾ ਸਕਾ ਚਾਚਾ ਭੱਜਾ ਜਾਂਦਾ, ਜੇ ਇਹਨਾਂ ਦੇ ਘਰ ਵੜ ਗਿਆ ਤੇ ਉਤੋਂ ਉਹਦੇ ਸਗੇ ਭਤੀਜੇ ਖਾੜਕੂ ਨੇ ਗੋਲੀ ਚਲਾ ਕੇ ਉਸ ਨੂੰ ਮਾਰ ਦਿੱਤਾ ਤਾਂ ਇਸ ਬੀਬੀ ਦੇ ਬਜ਼ੁਰਗ ਨੂੰ ਫੜਨ ਦੀ ਕੀ ਤੁੱਕ ਸੀ? ਮੈਂ ਉਸ ਨੂੰ ਕਿਹਾ ਉਸ ਕੁੜੀ ਨੂੰ ਬੁਲਾ, ਮੈਂ ਉਹਨੂੰ ਸਾਰੀ ਗੱਲ ਪੁੱਛਾਂ। ਥਾਣੇਦਾਰ ਦੇ ਕਹਿਣ ਤੇ ਸ਼ਪੈਣ ਕੁੜੀ ਨੂੰ ਲੈ ਕੇ ਆਈ। ਉਹ ਕੁੜੀ 20-21 ਸਾਲਾਂ ਦੀ ਸੀ ਤੇ ਸ਼ਪੈਣ ਵੀ ਇੰਨੀ ਕੁ ਹੀ ਉਮਰ ਦੀ ਸੀ। ਸ਼ਪੈਣ ਇੰਨੀ ਸ਼ਰਾਬੀ ਸੀ ਕਿ ਉਸ ਕੋਲੋਂ ਸਿੱਧਾ ਹੋ ਕੇ ਖਲੋਤਾ ਵੀ ਨਹੀਂ ਸੀ ਜਾਂਦਾ। ਮੂੰਹ ਖੋਲਦੀ ਤਾਂ ਸ਼ਰਾਬ ਦੀ ਬੋ ਦਾ ਭਪਾਕਾ ਨਿਕਲਦਾ। ਉਸ ਬੀਬੀ ਨੂੰ ਮੈਂ ਪੁੱਛਿਆ ਤੇਰਾ ਬਾਪ ਇਹਨਾਂ ਕਿੱਥੇ ਰੱਖਿਆ ਹੈ? ਉਹ ਕਹਿਣ ਲੱਗੀ ਜੀ ਸਾਨੂੰ ਲਿਆਏ ਇਕੱਠਿਆਂ ਨੂੰ ਸੀ, ਜਿਪਸੀ ਵਿੱਚੋਂ ਲਾਹ ਕੇ ਉਸ ਨੂੰ ਕਿੱਥੇ ਲੈ ਗਏ ਮੈਨੂੰ ਨਹੀਂ ਪਤਾ। ਸੁੱਚਾ ਸਿੰਘ ਇੰਸਪੈਕਟਰ ਨੇ ਕਿਹਾ ਉਹਨੂੰ ਬੰਦਿਆਂ ਵਾਲੇ ਪਾਸੇ ਰੱਖਿਆ ਹੈ। ਮੈਂ ਕਿਹਾ ਇਹ ਸ਼ਪੈਣ ਇਹਦੀ ਰਾਖੀ ਲਈ ਹੈ? ਤੁਸੀਂ ਪੁਲਿਸ ਵਾਲੇ ਵੀ ਧੀਆਂ ਭੈਣਾਂ ਵਾਲੇ ਹੋ, ਕੋਈ ਤਾਂ ਸ਼ਰਮ ਕਰੋ। ਤੁਹਾਡੀ ਇਹ ਸ਼ਪੈਣ ਗਸਤੀ ਤਾਂ ਆਪਣੀ ਇੱਜ਼ਤ ਵੀ ਰੋਲੀ ਫਿਰਦੀ ਹੈ। ਇਹ ਤਾਂ ਮਰਦ ਸਿਪਾਹੀਆਂ ਨਾਲ ਗਲਾਸ ਖੜਕਾ ਕੇ ਦਾਰੂ ਪੀਂਦੀ ਆਈ ਹੈ। ਇਹਨੇ ਇਸ ਗਰੀਬਣੀ ਦੀ ਇੱਜ਼ਤ ਕੀ ਬਚਾਉਣੀ ਹੈ ਜਿਹੜੀ ਆਪਣੀ ਲਾਹ ਕੇ ਹੱਥ ਵਿੱਚ ਫੜੀ ਫਿਰਦੀ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਇਲਾਕੇ ਵਿੱਚ ਬਹੁਤ ਸਾਰੇ ਸਾਧਾਂ ਸੰਤਾਂ ਦੇ ਡੇਰੇ
ਤੇ ਪੰਚ ਸਰਪੰਚ ਸਨ, ਪਰ ਕੋਈ ਉਸ ਬੇਕਸੂਰ ਬੀਬੀ ਨੂੰ ਬਚਾਉਣ ਲਈ ਨਾ ਬੌੜਿਆ। ਬ੍ਰਾਹਮਣ ਨੇ 5000 ਸਾਲ ਤੋਂ ਦਲਿਤਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਿਆ ਹੈ ਤੇ ਅੱਜ ਵੀ ਉਸ ਨੂੰ ਉੱਠਣ ਨਹੀਂ ਦੇ ਰਿਹਾ, ਬਲਕਿ ਉੱਠਣ ਜੋਗਾ ਹੀ ਨਹੀਂ ਛੱਡਿਆ। ਰਾਜਸਥਾਨ ਵਿੱਚ ਅਜੇ ਵੀ ਦਲਿਤ ਲੜਕੀਆਂ ਦੇ ਡੋਲੇ ਪਹਿਲਾਂ ਉੱਥੋਂ ਦੇ ਉੱਚ ਜਾਤੀਆਂ ਦੇ ਘਰਾਂ ਵਿੱਚ ਜਾਂਦੇ ਹਨ। ਬਿਹਾਰ ਵਿੱਚ ਅਜੇ ਵੀ ਕੋਈ ਦਲਿਤ ਚੁਬਾਰਾ ਨਹੀਂ ਪਾ ਸਕਦਾ। ਇਸ ਦੀ ਸਜ਼ਾ ਮੌਤ ਵੀ ਹੋ ਸਕਦੀ ਹੈ। ਇਹ ਦੁਖਦਾਈ ਕਾਂਡਾਂ ਵਾਲੀ ਕਹਾਣੀ ਛੇਤੀ ਮੁੱਕਣ ਵਾਲੀ ਨਹੀਂ। ਜੈਨੀ ਬੋਧੀ ਦੇ ਪਾਸ ਹੀ ਇਸ ਵਿਰਾਟ ਅਜਗਰ ਨੇ ਨਿਗਲ ਲਏ ਹਨ। ਸਿੱਖ ਇਸ ਦੇ ਵਲੇਵੇਂ ਵਿੱਚ ਆ ਚੁੱਕਾ ਹੈ ਤੇ ਹੁਣ ਇਸ ਦੇ ਨਿਗਲੇ ਜਾਣ ਤੋਂ ਬਚਣ ਦਾ ਕੋਈ ਰਾਹ ਨਹੀਂ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇੰਨੇ ਵੱਡੇ ਧਰਮ ਇਸ ਦੇ ਢਏ ਕਿਵੇਂ ਚੜੇ। ਜੇ ਕੋਈ ਸਿੱਖ ਆਪਣੀ ਵਾਕ ਚਾਤਰੀ ਨਾਲ ਆਪਣੇ ਕਿਸੇ ਕਕਾਰ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਹ ਇਹ ਕਿਉਂ ਭੁੱਲ ਜਾਂਦਾ ਹੈ ਕਿ ਸਾਰੇ ਇਸ ਤਰ੍ਹਾਂ ਨਹੀਂ ਕਰ ਸਕਦੇ। ਇਹ ਈਸਾਈ ਪਾਦਰੀ ਨੇ ਮੈਨੂੰ ਮੇਰੇ ਘਰ ਆ ਕੇ ਉਲਾਂਭਾ ਦਿੱਤਾ। ਇੱਕ ਈਸਾਈ ਪਾਦਰੀ ਨੇ ਮੈਨੂੰ ਮੇਰੇ ਘਰ ਆ ਕੇ ਉਲਾਂਭਾ ਦਿੱਤਾ ਕਿ ਤੁਸੀਂ ਵਿਸ਼ਵ ਸਿੱਖ ਕੌਂਸਲ ਦੇ ਚੇਅਰਮੈਨ ਬਣੇ ਫਿਰਦੇ ਹੋ। ਤੁਹਾਡੇ ਪੰਗਿਆਂ ਦੀ ਚਪੇਟ ਵਿੱਚ ਤਾਂ ਅਸੀਂ ਵੀ ਆ ਗਏ ਹਾਂ। ਮੈਂ ਕਿਹਾ ਤੁਹਾਡੇ ਚਿੱਤੜਾਂ ਤੇ ਵੀ ਪਟੇ ਵੱਜਣ ਲੱਗ ਪਏ ਹਨ। ਉਸ ਕਿਹਾ ਨਹੀਂ, ਇਸ ਤੋਂ ਵੀ ਭੈੜਾ ਹੋ ਰਿਹਾ ਹੈ। ਇੱਕ ਜਹਾਜ਼ ਵਿੱਚ ਇੱਕ ਸਿੱਖ ਪਟਿਆਲਵੀ ਮਿਰਚ ਜਿੱਡੀ ਕਿਰਪਾਨ ਗਲ ਵਿੱਚ ਪਾ ਕੇ ਜਹਾਜ਼ ਤੇ ਚੜ੍ਹਨਾ ਚਾਹੁੰਦਾ ਸੀ। ਮੈਂ ਵੀ ਉਸੇ ਜਹਾਜ਼ ਵਿੱਚ ਸਾਂ। ਮੇਰੇ ਗਲ ਵਿੱਚ ਵੀ ਸਲੀਬ ਸੀ। ਜਦੋਂ ਜਹਾਜ਼ ਵਾਲਿਆਂ ਸਿੱਖ ਦੀ ਮਿਰਚ ਵਰਗੀ ਗਲ ਪਰੋ ਕੇ ਪਾਈ ਹੋਈ ਕਿਰਪਾਨ ਲੁਹਾ ਲਈ ਤਾਂ ਉਹਨਾਂ ਨੇ ਇਸ ਗੱਲ ਨੂੰ ਠੀਕ ਸਿੱਧ ਕਰ ਲਈ, ਮੇਰੀ ਸਲੀਬ ਵੀ ਲੁਹਾ ਲਈ। ਉਸਨੇ ਮੈਨੂੰ ਫਲਾਈਟ ਨੰਬਰ ਤੇ ਤਾਰੀਖ ਵੀ ਦਿੱਤੀ। ਮੇਰੇ ਹਿਸਾਬ ਨਾਲ ਇਹ ਮਾਮੂਲੀ ਗੱਲ ਸੀ। ਜਦੋਂ ਅਸੀਂ ਪਾਰਲੀਮੈਂਟ ਉਡਾਉਣ ਵਾਲੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਸਾਂ ਤੇ ਸਾਨੂੰ ਪਟਿਆਲਾ ਹਾਊਸ ਵਿੱਚ ਵੀ ਸ੍ਰੀ ਭਾਰਤ ਭੂਸ਼ਣ ਦੀ ਅਦਾਲਤ ਵਿੱਚ ਮਿਲਣ ਲਈ ਸਰਦਾਰ ਗੁਰਚਰਨ ਸਿੰਘ ਟੌੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਏ ਤਾਂ ਉਹਨਾਂ ਨੂੰ ਮੈਟਲ ਡਿਟੈਕਟਰ ਤੋਂ ਅੱਗੇ ਜਾਣ ਲਈ 15-20 ਮਿੰਟ ਤੋਂ ਵੀ ਵੱਧ ਸਮਾਂ ਲੱਗ ਗਿਆ। ਉਹਨਾਂ ਨੂੰ ਸਮੇਤ ਕਿਰਪਾਨ ਅੰਦਰ ਤਾਂ ਜਾ ਲੈਣ ਦਿੱਤਾ ਗਿਆ, ਪਰ ਜੱਜ ਸਾਹਿਬ ਦੀ ਇਜਾਜ਼ਤ ਲੈ ਕੇ। ਜਦੋਂ ਕਿ ਕਿਰਪਾਨ ਪਾਉਣੀ ਤੇ ਕਿਤੇ ਵੀ ਨਾਲ ਲੈ ਕੇ ਜਾਣਾ ਸਿੱਖ ਦਾ ਸੰਵਿਧਾਨਕ ਹੱਕ ਹੈ। ਜਿੰਨਾ ਚਿਰ ਉਹ ਅੰਦਰ ਰਹੇ ਤਾਂ ਸਿਪਾਹੀ ਉਹਨਾਂ ਦੇ ਸੱਜੇ ਖੱਬੇ ਖੜੇ ਰਹੇ, ਕਿਉਂਕਿ ਉਹਨਾਂ ਨੇ ਕਿਰਪਾਨ ਗਾਤਰੇ ਪਾਈ ਹੋਈ ਸੀ। ਬੁੱਧ, ਜੈਨ ਤੇ ਸਿੱਖ ਇਹਨਾਂ ਤਿੰਨਾਂ ਧਰਮਾਂ ਵਿੱਚ ਹੀ ਬ੍ਰਾਹਮਣ ਦੇ ਘੁਸਣ ਦੀ ਮਨਾਹੀ ਨਹੀਂ ਸੀ। ਕੋਈ ਵੀ ਬ੍ਰਾਹਮਣ ਸੌਖਾ ਇਹਨਾਂ ਤਿੰਨਾਂ ਵਿੱਚ ਹੀ ਭੇਸ ਵਟਾ ਕੇ ਆ ਸਕਦਾ ਸੀ। ਬ੍ਰਾਹਮਣ ਆਇਆ ਤੇ ਇਹਨਾਂ ਤਿੰਨਾਂ ਧਰਮਾਂ ਦਾ ਬੇੜਾ ਗਰਕ ਕਰ ਦਿੱਤਾ, ਪਰ ਮੁਸਲਮਾਨ ਤੇ ਈਸਾਈ ਧਰਮਾਂ ਨੇ ਬ੍ਰਾਹਮਣ ਨੂੰ ਨੇੜੇ ਨਹੀਂ ਫਟਕਣ ਦਿੱਤਾ। ਸਭ ਤੋਂ ਵੱਡਾ ਕਾਰਨ ਇਹ ਵੀ ਸੀ ਕਿ ਈਸਾਈ ਧਰਮ ਵਿੱਚ ਸ਼ਰਾਬ ਪੀਤੀ ਜਾਂਦੀ ਹੈ ਤੇ ਕਈ ਧਾਰਮਿਕ ਰਸਮਾਂ ਵੀ ਸ਼ਰਾਬ ਨਾਲ ਕੀਤੀਆਂ ਜਾਂਦੀਆਂ ਹਨ। ਗਾਂ ਅਤੇ ਸੂਰ ਦਾ ਮਾਸ ਖਾਣਾ ਜਾਂ ਖਾਣ ਦੀ ਵੀ ਮਨਾਹੀ ਨਹੀਂ। ਉਧਰ ਮੁਸਲਮਾਨ ਧਰਮ ਵਿੱਚ ਸ਼ਰਾਬ ਦੀ ਤਾਂ ਮਨਾਹੀ ਹੈ, ਪਰ ਸੂਰ ਨੂੰ ਛੱਡ ਕੇ ਹੋਰ ਹਰ ਜਾਨਵਰ ਦਾ ਮਾਸ ਖਾਣਾ ਧਾਰਮਿਕ ਰਸਮਾਂ ਵਿੱਚ ਸ਼ਾਮਲ ਹੈ, ਜਿਵੇਂ ਈਦ, ਬਕਰੀਦ ਵਗੈਰਾ। ਬ੍ਰਾਹਮਣ ਦਾ ਇਹਨਾਂ ਧਰਮਾਂ ਵਿੱਚ ਦਾਖਲ ਹੋਣਾ ਬਹੁਤ ਔਖਾ ਸੀ, ਕਿਉਂਕਿ ਇਹਨਾਂ ਦੋਹਾਂ ਧਰਮਾਂ ਵਿੱਚ ਸਰੀਰਕ ਤਬਦੀਲੀ ਤੇ ਨਾਂ ਤੱਕ ਦੀ ਤਬਦੀਲੀ ਕਰਨੀ ਪੈਂਦੀ ਸੀ। ਤਾਰਾ ਰਾਮ ਤੋਂ ਤਾਰਾ ਸਿੰਘ ਬਣਨਾ ਸੌਖਾ ਸੀ, ਪਰ ਤਾਰਾ ਮਸੀਹ ਬਣਨ ਲਈ ਬੈਪਟਿਜ਼ਮ ਲੈਣਾ ਪੈਂਦਾ ਸੀ। ਇਸੇ ਤਰ੍ਹਾਂ ਮੁਸਲਮਾਨ ਬਣਨ ਲਈ ਸੁੰਨਤ ਕਰਾਉਣੀ ਜ਼ਰੂਰੀ ਸੀ। ਨਾਂ ਵੀ ਉਹਨਾਂ ਆਪਣੀ ਮਰਜ਼ੀ ਦਾ ਹੀ ਰੱਖਣਾ ਸੀ। ਹੋ ਸਕਦਾ ਹੈ ਮੁਹੰਮਦ ਅਸਲਮ ਰੱਖ ਦਿੰਦੇ। ਨੱਥਾ ਸਿੰਘ ਐਂਡ ਪ੍ਰੇਮ ਸਿੰਘ ਵਨ ਐਂਡ ਦੀ ਸੇਮ ਥਿੰਗ ਵਾਲੀ ਗੱਲ ਦੂਜੇ ਦੋਹਾਂ ਵਿਦੇਸ਼ੀ ਧਰਮਾਂ ਵਿੱਚ ਨਹੀਂ ਸੀ, ਬਲਕਿ ਕੁੜੀ ਦਾ ਰਿਸ਼ਤਾ ਤਾਂ ਲੈਂਦੇ ਹੀ ਸਨ, ਦੇਣ ਲੱਗੇ 100 ਵਾਰੀ ਸੋਚਦੇ ਸਨ। ਪਰ ਬੋਧੀਆਂ ਤੇ ਸਿੱਖਾਂ ਵਿੱਚ ਕੋਈ ਬੰਦਿਸ਼ ਨਹੀਂ ਸੀ। ਸਿੱਖ ਸਹਿਜਧਾਰੀ ਸਿੱਖ
ਤੇ ਸਿੰਘ ਇੱਕੋ ਹੀ ਮੁੱਢ ਨੂੰ ਪੇਂਦ ਕਰਨ ਵਾਲੀ ਗੱਲ ਸੀ। ਮੁਸਲਮਾਨ ਬਣਨ ਲਈ ਇਕੱਲਾ ਸੁਨਨਤ ਹੀ ਨਹੀਂ, ਬਿੱਲੇ ਕੱਢਣੇ, ਖੱਤ ਕੱਢ ਕੇ ਦਾੜੀ ਮੁੰਨਣੀ, ਨਮਾਜ਼ ਪੜ੍ਹਨੀ 100 ਯੱਬ ਸਨ। ਈਸਾਈਆਂ ਨੂੰ ਬਹੁਤਾ ਹੁੰਗਾਰਾ ਦੱਖਣੀ ਭਾਰਤ ਵਿੱਚੋਂ ਮਿਲਿਆ। ਉੱਤਰੀ ਭਾਰਤ ਵਿੱਚ ਉਹਨਾਂ ਦਾ ਅਸਰ ਬਹੁਤ ਹੀ ਗਰੀਬ ਲੋਕਾਂ ਤੱਕ ਸੀਮਿਤ ਸੀ। ਬਹੁਤੇ ਸ਼ੂਦਰ ਅਖਵਾਉਣ ਵਾਲੇ ਲੋਕ ਹੀ ਈਸਾਈ ਬਣੇ, ਪਰ ਆਪਣੇ ਆਪ ਨੂੰ ਈਸਾਈ ਅਖਵਾਉਣ ਤੇ ਅੱਜ ਵੀ ਉਹਨਾਂ ਨੂੰ ਸੰਗ ਆਉਂਦੀ ਹੈ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।